TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ ਘਟਨਾਵਾਂ ਪ੍ਰੋਗਰਾਮ ਦੌਰਾਨ ਵਿਚਾਰੀਏ। ਦਿੱਲੀ ਦੇ ਸਰਕਾਰੀ ਦਫ਼ਤਰਾਂ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਭਗਤ ਸਿੰਘ ਦੀਆਂ ਲੱਗਣਗੀਆਂ ਤਸਵੀਰਾਂ। ਪੰਜਾਬ ਸਰਕਾਰ ਨੇ ਕਰੋਨਾ ਪਾਬੰਦੀਆਂ ਵਿੱਚ ਕੀਤਾ ਵਾਧੇ ਦਾ ਐਲਾਨ। ਅੱਜ ਹੋਵੇਗਾ ਕਾਂਗਰਸ ਤੇ ਸੀਐਮ ਚਿਹਰੇ ਦਾ ਐਲਾਨ ਅਤੇ ਕਾਂਗਰਸ ਵਾਸਤੇ ਹੋ ਸਕਦਾ ਵੱਡਾ ਦਿਨ। ਸੋਨੀਆ ਗਾਂਧੀ ਸਾਹਮਣੇ ਮੀਟਿੰਗ ਵਿੱਚ ਖਹਿਬੜੇ ਦੋ ਵੱਡੇ ਕਾਂਗਰਸੀ ਆਗੂ। ਕੈਪਟਨ ਅਤੇ ਸੁਖਬੀਰ ਖਿਲਾਫ ਕਾਂਗਰਸ ਦੇ ਕੌਣ ਹੋਣਗੇ ਉਮੀਦਵਾਰ, ਵੱਡਾ ਸਵਾਲ। ਬਲਵੰਤ ਸਿੰਘ ਰਾਜੋਆਣਾ ਨੇ ਕੀਤੀ ਪੈਰੋਲ ਦੀ ਮੰਗ ਅਤੇ ਨਵਜੋਤ ਸਿੰਘ ਸਿੱਧੂ ਭਗੌੜਾ, ਹਰਸਿਮਰਤ ਕੌਰ ਬਾਦਲ ਦਾ ਕਹਿਣਾ। ਦੋਸਤੋ, ਇਹ ਕੁਝ ਖਬਰਾਂ ਵਿਚਾਰੀਆਂ ਜਾਣਗੀਆਂ। ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾਏਗੀ। ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ ਕਿ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੇ ਆਓ ਹੁਣ ਇਹਨਾਂ ਸਾਰੀਆਂ ਖਬਰਾਂ, ਇਹਨਾਂ ਸਾਰੀਆਂ ਘਟਨਾਵਾਂ ਨੂੰ ਪ੍ਰੋਗਰਾਮ ਦੌਰਾਨ ਵਿਸਥਾਰ ਨਾਲ ਵਿਚਾਰੀਏ। ਸਭ ਤੋਂ ਪਹਿਲੀ ਖਬਰ, ਪਹਿਲੀ ਜਾਣਕਾਰੀ ਦਿੱਲੀ ਵਾਲੇ ਪਾਸਿਓਂ ਹੈ। ਦਿੱਲੀ ਸਰਕਾਰ ਦੇ ਦਫ਼ਤਰ ਦੇ ਵਿੱਚ ਹੁਣ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਤਸਵੀਰਾਂ ਨਜ਼ਰ ਆਇਆ ਕਰਨਗੀਆਂ। ਅਸਲ ਦੇ ਵਿੱਚ ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਗਣਤੰਤਰ ਦਿਵਸ ਦੇ ਮੌਕੇ ਤੇ ਦਿੱਲੀ ਸਕੱਤਰੇਤ ਦੇ ਵਿੱਚ ਇੱਕ ਸਮਾਗਮ ਸੀ, ਉਸ ਸਮਾਗਮ ਦੇ ਦੌਰਾਨ ਕਰ ਦਿੱਤਾ। ਆਮ ਤੌਰ ਤੇ ਅੱਜ ਤੱਕ ਅਸੀਂ ਭਾਵੇਂ ਪੰਜਾਬ ਸਰਕਾਰ ਹੋਵੇ, ਹਰਿਆਣਾ ਸਰਕਾਰ ਹੋਵੇ, ਦਿੱਲੀ ਸਰਕਾਰ ਹੋਵੇ, ਵੇਖਦੇ ਹਾਂ ਕਿ ਇਹਨਾਂ ਦਫ਼ਤਰਾਂ ਦੇ ਵਿੱਚ ਆਗੂਆਂ ਦੀਆਂ ਤਸਵੀਰਾਂ ਨਜ਼ਰ ਆਉਂਦੀਆਂ ਨੇ। ਪਰ ਦਿੱਲੀ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਅਸੀਂ ਡਾਕਟਰ ਭੀਮ ਰਾਓ ਅੰਬੇਦਕਰ ਅਤੇ ਭਗਤ ਸਿੰਘ ਦੇ ਦੱਸੇ ਮਾਰਗ ਤੇ ਚੱਲਣਾ ਚਾਹੁੰਦੇ ਹਾਂ। ਉਹਨਾਂ ਨੇ ਐਲਾਨ ਕੀਤਾ ਜਦੋਂ ਉਹ ਕੌਮੀ ਸਮਾਗਮ ਨੂੰ ਸੰਬੋਧਨ ਕਰ ਰਹੇ ਸੀ, ਕੌਮੀ ਝੰਡਾ ਲਹਿਰਾ ਕੇ ਜਿੱਥੇ ਸ਼ੁਭ ਕਾਮਨਾਵਾਂ ਦਿੱਤੀਆਂ, ਉੱਥੇ ਉਹਨਾਂ ਨੇ ਇਸ ਗੱਲ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਇਸ ਵਕਤ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨੇ, ਬਾਬਾ ਸਾਹਿਬ ਡਾਕਟਰ ਅੰਬੇਦਕਰ ਸਾਹਿਬ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦਾ ਸੁਪਨਾ ਸੀ ਕਿ ਸਾਡੇ ਮੁਲਕ ਦੇ ਹਰੇਕ ਬੱਚੇ ਨੂੰ ਚੰਗੀ ਸਿੱਖਿਆ ਮਿਲੇ, ਪਰ ਕਹਿੰਦੇ 75 ਸਾਲ ਬਾਅਦ ਵੀ ਉਹਨਾਂ ਦਾ ਸੁਪਨਾ ਹਜੇ ਮੁਕੰਮਲ ਸਾਕਾਰ ਨਹੀਂ ਹੋਇਆ। ਪਰ ਕਹਿੰਦੇ ਮੈਨੂੰ ਖੁਸ਼ੀ ਹੈ ਕਿ ਉਹਨਾਂ ਦਾ ਸੁਪਨਾ ਪੂਰਾ ਕਰਨ ਦੇ ਵਾਸਤੇ ਹੁਣ ਦਿੱਲੀ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਿਆ ਹੈ। ਦਿੱਲੀ ਸਰਕਾਰ ਨੇ, ਕਹਿਣ ਦਾ ਭਾਵ ਉਹਨਾਂ ਦਾ ਸੀ ਕਿ ਸਾਡੀ ਸਰਕਾਰ ਨੇ ਬੀਤੇ 7 ਸਾਲਾਂ 'ਚ ਸਿੱਖਿਆ ਦੇ ਖੇਤਰ ਦੇ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ, ਕੰਮ ਕੀਤੇ ਹੈ। ਸਰਕਾਰ ਬਣਦੇ ਹੀ ਕਹਿੰਦੇ ਅਸੀਂ ਸਿੱਖਿਆ ਦਾ ਬਜਟ ਵਧਾ ਕੇ 25% ਕਰ ਦਿੱਤਾ ਸੀ। ਸਕੂਲਾਂ ਦਾ ਬੁਨਿਆਦੀ ਢਾਂਚਾ ਠੀਕ ਕਰਨ ਦਾ ਕੰਮ ਵੀ ਸ਼ੁਰੂ ਕੀਤਾ। ਨਾਲ ਕਹਿੰਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਸੁਪਨਾ ਸੀ ਕਿ ਸਾਰਿਆਂ ਦੇ ਵਾਸਤੇ ਬਰਾਬਰਤਾ ਹੋਵੇ, ਮੁਲਕ ਦੇ ਵਿੱਚ ਊਚ ਨੀਚ ਤੇ ਭੇਦ ਭਾਵ ਨਾ ਹੋਵੇ। ਉਹ ਕਹਿੰਦੇ ਦਿੱਲੀ ਦੇ ਵਿੱਚ ਅਸੀਂ ਇਸ ਕੰਮ ਦੀ ਸ਼ੁਰੂਆਤ ਕੀਤੀ ਹੈ। ਚਲੋ ਦੇਰ ਬਾਅਦ ਆਏ, ਦੁਰਸਤ ਆਏ। ਉਹ ਭਾਵੇਂ ਸਰਕਾਰ ਕੋਈ ਵੀ ਹੋਵੇ, ਉਹ ਕੇਜਰੀਵਾਲ ਹੋਵੇ ਤੇ ਭਾਵੇਂ ਹੁਣ ਬਾਕੀ ਦੇ, ਸਿਰਫ 26 ਜਨਵਰੀ 15 ਅਗਸਤਾਂ ਹੋਰਨਾਂ ਦਿਨਾਂ ਦੇ ਉੱਤੇ ਇਸ ਤਰ੍ਹਾਂ ਦੇ ਐਲਾਨ ਨਹੀਂ ਚਾਹੀਦੇ। ਅਸਲ ਦੇ ਵਿੱਚ ਜ਼ਮੀਨੀ ਹਕੀਕਤ ਕੀ ਹੈ, ਕੰਮ ਉਹਦੇ ਤੇ ਹੋਣਾ ਚਾਹੀਦਾ ਹੈ। ਇਹ ਤਾਂ ਪਹਿਲਾਂ ਵੀ ਬੜੀ ਵਾਰੀ ਆਪਾਂ ਆਖਿਆ ਕਿ ਜਦੋਂ ਕੋਵਿਡ ਦੀ ਸਥਿਤੀ ਚੱਲ ਰਹੀ ਸੀ, ਐਨ ਜ਼ੋਰਾਂ ਤੇ ਸੀ, ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਕਿੱਟਾਂ ਨਹੀਂ ਸੀ ਪਹੁੰਚਾ ਰਹੇ ਕਿਉਂਕਿ ਹਲੇ ਝੋਲਿਆਂ ਦੇ ਉੱਤੇ ਉਹਨਾਂ ਦੀਆਂ ਫੋਟੋਆਂ ਨਹੀਂ ਛਪੀਆਂ ਸੀ। ਮੈਂ ਉਹਨਾਂ ਦਿਨਾਂ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਕਿਉਂ ਨਾ ਹੋਵੇ, ਤੁਹਾਡੀ ਫੋਟੋ ਨਾਲੋਂ ਜ਼ਰੂਰੀ ਹੈ ਕਿ ਕੋਵਿਡ ਦੇ ਪ੍ਰੋਟੋਕੋਲ ਕੀ ਨੇ, ਲੱਛਣ ਕੀ ਨੇ, ਕਿਹੜੇ ਨੰਬਰ ਤੇ ਫੋਨ ਕੀਤਾ ਜਾ ਸਕਦਾ ਜੇਕਰ ਤੁਹਾਨੂੰ ਕਿਸੇ ਸਹੂਲਤ ਦੀ ਜ਼ਰੂਰਤ ਹੈ। ਪਰ ਨਹੀਂ, ਸਰਕਾਰਾਂ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਆਪਾਂ ਆਪਣੇ ਪ੍ਰੋਗਰਾਮ ਪੰਜਾਬ ਬੋਲਦਾ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਕੱਲ ਰੋਪੜ ਦੇ ਨੇੜੇ ਇੱਕ ਪਿੰਡ ਵਿੱਚ 3 ਲੱਖ ਰੁਪਏ ਦੀਆਂ ਕਿਸ਼ਤਾਂ 2 ਟੁੱਟੀਆਂ। ਇੱਕ ਕਿਸਾਨ 2.5 ਏਕੜ ਜ਼ਮੀਨ ਦਾ ਮਾਲਕ ਖੁਦਕੁਸ਼ੀ ਕਰ ਗਿਆ। ਪਰ ਚਰਨਜੀਤ ਸਿੰਘ ਚੰਨੀ ਸਾਹਿਬ ਕਰੋੜਾਂ ਰੁਪਏ ਦੇ ਬੋਰਡ ਤਾਂ ਲਾ ਗਏ। ਆ 2.5-3 ਲੱਖ ਰੁਪਏ ਦੇ ਜਿਹੜੇ ਕਿਸਾਨੀ ਸਿਰ ਕਰਜ਼ੇ ਸੀ ਉਹ ਮੁਆਫ ਨਹੀਂ ਕੀਤੇ। ਹੁਣ ਵੋਟਾਂ ਬੋਰਡਾਂ ਨੇ ਨਹੀਂ ਪਾਉਣੀਆਂ, ਚੋਣ ਕਮਿਸ਼ਨ ਨੇ ਉਹ ਵਗਾ ਕੇ ਤੇ ਉਹ ਲਾ ਕੇ ਮਾਰੇ। ਸ਼ਾਇਦ ਜੇਕਰ ਉਹਨਾਂ ਪਰਿਵਾਰਾਂ ਦੀ ਸਾਰ ਲਈ ਹੁੰਦੀ ਤਾਂ ਨਾ ਤਾਂ ਅੱਜ ਕੋਈ
5-7 ਹਜ਼ਾਰ ਰੁਪਏ ਪਿੱਛੇ, ਕਿਉਂਕਿ ਇੰਨੀ ਕੁ ਕਿਸ਼ਤ ਬਣਦੀ ਸੀ, ਨਾ ਤਾਂ ਆਪਣੀ ਜ਼ਿੰਦਗੀ ਤੋਂ ਹੱਥ ਧੋਂਦਾ ਤੇ ਨਾਲੇ ਉਹ ਵੋਟਾਂ ਵੀ ਪੱਕੀਆਂ ਸੀ। ਸਰਕਾਰਾਂ ਨੂੰ ਸੱਚਮੁੱਚ ਸੁਪਨੇ ਸਾਡੇ ਸ਼ਹੀਦਾਂ ਦੇ ਕੀ ਸੀ, ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਤੇ ਅਗਲੀ ਜਾਣਕਾਰੀ ਪੰਜਾਬ ਦੇ ਨਾਲ ਸੰਬੰਧਿਤ ਹੈ। ਚੋਣਾਂ ਵੀ ਨੇ ਪੰਜਾਬ ਦੇ ਵਿੱਚ, ਔਰ ਉਹਨਾਂ ਸਕੂਲਾਂ 'ਚ ਹੀ ਚੋਣਾਂ ਹੋਣੀਆਂ ਨੇ। ਲੋਕਾਂ ਦਾ ਬਹੁਤ ਵੱਡਾ ਸਵਾਲ ਹੈ ਜਿੱਥੇ ਇਸ ਵਕਤ ਕੋਵਿਡ ਦੇ ਕਾਰਨ ਸਕੂਲ ਬੰਦ ਕੀਤੇ ਹੋਏ ਨੇ, ਤੇ ਇਸ ਵਾਇਰਸ ਦੇ ਮੱਦੇਨਜ਼ਰ ਇੱਕ ਵਾਰ ਫਿਰ ਤੋਂ ਸਖਤ ਫੈਸਲਾ ਕਰ ਲਿਆ ਗਿਆ ਤੇ ਪਾਬੰਦੀਆਂ ਵਧਾ ਦਿੱਤੀਆਂ ਗਈਆਂ ਨੇ। ਕਰੋਨਾ ਦੀਆਂ ਪਾਬੰਦੀਆਂ ਹੁਣ ਵਧਾ ਕੇ 1 ਫਰਵਰੀ ਤੱਕ ਕਰ ਦਿੱਤੀਆਂ ਗਈਆਂ ਨੇ। ਸਮੁੱਚੇ ਪੰਜਾਬ ਦੇ ਵਿੱਚ ਸਕੂਲ ਕਾਲਜ 1 ਫਰਵਰੀ ਤੱਕ ਵਿਦਿਆਰਥੀਆਂ ਦੇ ਵਾਸਤੇ ਬੰਦ ਰਹਿਣਗੇ। ਜਿਹੜੇ ਸਮਾਗਮ ਨੇ ਉਹਨਾਂ ਦੀ ਲਿਮਟ ਇਨਡੋਰ 50 ਅਤੇ ਆਊਟਡੋਰ 100 ਲੋਕਾਂ ਦੀ ਹੈ। ਸਾਰਿਆਂ ਨੂੰ ਆਖਿਆ ਕਿ ਕੋਵਿਡ ਪ੍ਰੋਟੋਕੋਲ ਫੋਲੋ ਕੀਤੇ ਜਾਣ ਅਤੇ ਨਾਲ ਹੀ ਜਨਤਕ ਥਾਵਾਂ ਤੇ ਮੰਡੀਆਂ, ਬਾਜ਼ਾਰਾਂ, ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਦੇ ਵਿੱਚ ਜੇਕਰ ਜਾਣਾ ਹੈ ਉਹ ਲੋਕ ਜਾ ਸਕਦੇ ਆ ਜਿਨ੍ਹਾਂ ਨੇ ਦੋਵੇਂ ਵੈਕਸੀਨ ਦੀਆਂ ਡੋਜ਼ਜ਼ ਲਈਆਂ ਹੋਣਗੀਆਂ। ਮਾਸਕ ਪਹਿਨਣਾ ਵੀ ਲਾਜ਼ਮੀ ਹੋਏਗਾ। ਮਾਸਕ ਨਾ ਪਾਉਣ ਵਾਲੇ ਦੀ ਦਫ਼ਤਰ ਦੇ ਵਿੱਚ ਕੋਈ ਸੁਣਵਾਈ, ਨਾ ਕੋਈ ਸਹੂਲਤ ਦਿੱਤੀ ਜਾਏਗੀ। ਦੋਵੇਂ ਡੋਜ਼ਜ਼ ਲੈਣ ਵਾਲੇ ਮੁਲਾਜ਼ਮ ਹੀ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ 'ਚ, ਫੈਕਟਰੀਆਂ 'ਚ, ਉਦਯੋਗਾਂ 'ਚ ਕੰਮ ਕਰ ਸਕਣਗੇ। ਬਾਰ, ਸਿਨੇਮਾ ਘਰ, ਮਲਟੀਪਲੈਕਸ, ਰੈਸਟੋਰੈਂਟ, ਸਪਾ, ਅਜਾਇਬ ਘਰ, ਚਿੜੀਆ ਘਰ ਇਹ ਅੱਧੀ ਸਮਰੱਥਾ ਨਾਲ ਖੋਲ੍ਹੇ ਜਾਣਗੇ। ਪਰ ਉੱਥੇ ਜਾਣ ਵਾਲੇ ਤੇ ਉੱਥੇ ਕੰਮ ਕਰਨ ਵਾਲਿਆਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ਜ਼ ਲੱਗੀਆਂ ਹੋਣੀਆਂ ਲਾਜ਼ਮੀ ਨੇ। ਪਰ ਲੋਕ ਸਵਾਲ ਕਰਦੇ ਆ, ਬੀਤੇ ਦਿਨੀ ਪ੍ਰਾਈਵੇਟ ਸਕੂਲਾਂ ਦੀ ਇੱਕ ਜਥੇਬੰਦੀ ਬਣੀ ਹੋਈ ਆ, ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਜੇਕਰ ਸਕੂਲ ਕਾਲਜ ਜਿਹੜੇ ਪ੍ਰਾਈਵੇਟ ਨੇ ਜਾਂ ਯੂਨੀਵਰਸਿਟੀਆਂ ਵੀ ਬੰਦ ਰੱਖੀਆਂ ਗਈਆਂ, ਸਾਡੀ ਤੇ ਸਾਡੇ ਪਰਿਵਾਰਾਂ ਦੀ ਤੇ ਸਾਡੇ ਨਾਲ ਜੁੜੇ ਲੋਕਾਂ ਦੀ ਗਿਣਤੀ 45 ਲੱਖ ਬਣਦੀ ਹੈ। ਜੇ ਸਾਡੀ ਮੰਗ ਤੇ ਗੌਰ ਨਾ ਕੀਤਾ ਗਿਆ ਤਾਂ ਅਸੀਂ 45 ਲੱਖ ਲੋਕ ਇਹਨਾਂ ਚੋਣਾਂ ਦਾ ਬਾਈਕਾਟ ਕਰਾਂਗੇ। ਮੈਂ ਤੁਹਾਨੂੰ ਬੇਨਤੀ ਕਰਦਾ ਕਿ ਬਾਈਕਾਟ ਕਰਨ ਨਾਲ ਤੁਹਾਡੇ ਮਸਲੇ ਨਹੀਂ ਹੱਲ ਹੋਣੇ। ਇਹਦਾ ਮਤਲਬ ਜਿਹੜਾ ਬੰਦਾ ਤੁਸੀਂ ਹਰਾ ਸਕਦੇ ਹੋ 45 ਲੱਖ ਲੋਕ ਮਿਲ ਕੇ, ਉਹਨੇ ਜਿੱਤ ਜਾਣਾ ਹੈ। ਜਿਹੜੇ ਤੁਹਾਡੀ ਸੁਣਦੇ ਨਹੀਂ ਨਾ, ਉਹਨਾਂ ਨੂੰ ਹਰਾਉਣ ਵਾਸਤੇ, ਜਿਹੜੇ ਲੱਗਦਾ ਤੁਹਾਨੂੰ ਤੁਹਾਡੀ ਸੁਣ ਲੈਣਗੇ, ਉਹਨਾਂ ਨੂੰ ਜਿਤਾਉਣ ਵਾਸਤੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਬੜਾ ਲਾਜ਼ਮੀ ਹੈ। ਇਸ ਗੱਲ ਤੇ ਜ਼ਰੂਰ ਗੌਰ ਫਰਮਾਇਓ। ਤੇ ਅਗਲੀ ਗੱਲ, ਕਾਂਗਰਸ ਦਾ ਕਾਟੋ ਕਲੇਸ਼ ਥੰਮਣ ਦਾ ਨਾਮ ਨਹੀਂ ਲੈ ਰਿਹਾ। ਬੀਤੇ ਪ੍ਰੋਗਰਾਮਾਂ 'ਚ ਆਪਾਂ ਜ਼ਿਕਰ ਕੀਤਾ ਕਿ ਕਿੱਥੇ ਕਿੱਥੇ ਬਗਾਵਤੀ ਸੁਰਾਂ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ, ਤੇ ਹੁਣ ਫਿਰ ਖਬਰ ਮਿਲ ਰਹੀ ਹੈ ਕਿ ਬੀਤੇ ਸੋਮਵਾਰ ਵਾਲੇ ਦਿਨ ਟਿਕਟ ਕਿਹਨੂੰ ਦਿੱਤੀ ਜਾਵੇ, ਕਿਹਦੀ ਟਿਕਟ ਕੱਟ ਦਿੱਤੀ ਜਾਵੇ। ਕੇਂਦਰੀ ਚੋਣ ਕਮੇਟੀ CEC, ਕੇਂਦਰੀ ਚੋਣ ਕਮੇਟੀ ਦੀ ਜਦੋਂ ਮੀਟਿੰਗ ਹੋ ਰਹੀ ਸੀ, ਮੀਟਿੰਗ ਦੇ ਵਿੱਚ ਅੰਬਿਕਾ ਸੋਨੀ ਕਾਂਗਰਸ ਦੇ ਸੀਨੀਅਰ ਆਗੂ ਨੇ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਆਪਸ ਦੇ ਵਿੱਚ ਝਗੜ ਪਏ, ਭਿੜ ਪਏ। ਕਾਰਨ ਕੀ ਬਣਿਆ? ਸੁਨੀਲ ਜਾਖੜ ਨੇ ਅੰਬਿਕਾ ਸੋਨੀ ਤੇ ਦੋਹਰੇ ਪੈਮਾਨੇ ਦੀ ਗੱਲ ਆਖੀ ਕਿ ਇਹਦੇ ਦੋਸ਼ ਲੱਗਦੇ ਆ ਕਿ ਦੋਹਰਾ ਪੈਮਾਨਾ ਵਰਤਦੀ ਆ, ਦੋਹਰੇ ਮਾਪਦੰਡ ਨੇ। ਬਾਅਦ ਦੇ ਵਿੱਚ ਜਦੋਂ ਖੈਬੜੇ ਤਾਂ ਸੋਨੀਆ ਗਾਂਧੀ ਨੂੰ ਵਿੱਚ ਮਾਮਲੇ 'ਚ ਦਖਲ ਦੇਣਾ ਪਿਆ ਤੇ ਫਿਰ ਕਿਤੇ ਮੁੱਦਾ ਸ਼ਾਂਤ ਹੋਇਆ। ਅਸਲ ਦੇ ਵਿੱਚ ਬੀਤੇ ਸੋਮਵਾਰ ਵਾਲੇ ਦਿਨ ਇੱਕ ਕੇਂਦਰੀ ਚੋਣ ਕਮੇਟੀ ਦੀ ਵਰਚੁਅਲ ਮੀਟਿੰਗ ਚੱਲ ਰਹੀ ਸੀ। ਮੀਟਿੰਗ ਦੇ ਵਿੱਚ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲ੍ਹੇ ਦੀ ਇੱਕ ਖਰੜ ਤੇ ਦੂਸਰੀ ਡੇਰਾਬੱਸੀ, ਇਹ ਵਿਧਾਨ ਸਭਾ ਸੀਟਾਂ ਤੇ ਫੈਸਲਾ ਕੀਤਾ ਜਾ ਰਿਹਾ ਸੀ ਕਿਹਨੂੰ ਟਿਕਟ ਦਿੱਤੀ ਜਾਵੇ ਤੇ ਕਿਹਦੀ ਟਿਕਟ ਕੱਟ ਦਿੱਤੀ ਜਾਵੇ ਜਾਂ ਕਿਹਨੂੰ ਟਿਕਟ ਨਾ ਦਿੱਤੀ ਜਾਵੇ। ਮੀਟਿੰਗ ਦੇ ਵਿੱਚ ਅੰਬਿਕਾ ਸੋਨੀ ਇਸ ਮੀਟਿੰਗ ਦੀ ਸਬ ਕਮੇਟੀ ਦੇ ਮੈਂਬਰ ਵਜੋਂ ਵੀ ਸ਼ਾਮਲ ਸੀ। ਖਰੜ ਸੀਟ ਤੇ ਚਰਚਾ ਹੋ ਰਹੀ ਸੀ ਕਿ ਉੱਥੋਂ ਸਿੱਖ ਚਿਹਰੇ ਨੂੰ ਉਮੀਦਵਾਰ ਬਣਾਇਆ ਜਾਵੇ, ਮੈਦਾਨ 'ਚ ਉਤਾਰਿਆ ਜਾਵੇ ਜਾਂ ਫਿਰ ਕਿਸੇ ਹਿੰਦੂ ਨੂੰ। ਇਸ ਮਸਲੇ ਦੇ ਉੱਤੇ ਜਦੋਂ ਵਿਚਾਰ ਚਰਚਾ ਚੱਲ ਰਹੀ ਸੀ ਤਾਂ ਅੰਬਿਕਾ ਸੋਨੀ ਕਹਿੰਦੇ ਕਿ ਪੰਜਾਬ 'ਚ ਹਿੰਦੂ ਸਿੱਖ ਵਰਗਾ ਤਾਂ ਕੋਈ ਵਿਵਾਦ ਹੀ ਹੈ ਨਹੀਂ, ਹਿੰਦੂ ਸਿੱਖ ਵਾਲਾ ਤਾਂ ਕੋਈ ਮਾਮਲਾ ਹੀ ਹੈ ਨਹੀਂ, ਇਸ ਲਈ ਇੱਥੋਂ ਕਿਸੇ ਨੂੰ ਵੀ ਟਿਕਟ ਦਿੱਤੀ ਜਾ ਸਕਦੀ ਹੈ। ਪਰ ਫਿਰ ਗੱਲ ਚੱਲ ਪਈ ਡੇਰਾਬੱਸੀ ਦੀ ਕਿ ਉੱਥੋਂ ਦਾਅਵੇਦਾਰ ਨੇ ਅਮਿਤ ਬਾਵਾ ਤੇ ਦੀਪਿੰਦਰ ਢਿੱਲੋਂ। ਬਾਅਦ ਦੇ ਵਿੱਚ ਭਾਵੇਂ ਢਿੱਲੋਂ ਸਾਹਿਬ ਦੇ ਇਹ ਪਾਲੇ ਦੇ ਵਿੱਚ ਟਿਕਟ ਚਲੇ ਗਈ ਤੇ ਜਦੋਂ ਉੱਥੇ ਬਾਵਾ ਤੇ ਢਿੱਲੋਂ ਦਾ ਵਿਚਾਰ ਹੋਇਆ, ਦੋਵਾਂ ਦਾ ਮਾਮਲਾ ਉੱਥੇ ਪੇਚ ਫਸਿਆ ਹੋਇਆ ਸੀ, ਵਿਚਾਰ ਚਰਚਾ ਚੱਲ ਰਹੀ ਸੀ, ਤਾਂ ਉੱਥੇ ਕਿ ਅੰਬਿਕਾ ਸੋਨੀ ਨੇ ਆਪਣੀ ਰਾਏ ਹੋਰ ਦਿੱਤੀ। ਉਹ ਕਹਿੰਦੀ ਇਹ ਸੀਟ ਹਿੰਦੂ ਪ੍ਰਭਾਵ ਵਾਲੀ ਸੀਟ ਹੈ, ਇਸ ਵਾਸਤੇ ਇੱਥੋਂ ਇੱਕ ਹਿੰਦੂ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ। ਫਿਰ ਇਹਦੇ ਤੇ ਜਾਖੜ ਸਾਹਿਬ ਦਾ ਗੁੱਸਾ ਫੁੱਟ ਪਿਆ। ਉਹਨਾਂ ਨੇ ਵਿਰੋਧ ਕੀਤਾ ਕਿ ਦੋਹਰੇ ਮਾਪਦੰਡ ਕਿਉਂ, ਦੋਵੇਂ ਸੀਟਾਂ ਤੇ ਵੱਖੋ ਵੱਖਰੇ ਵਿਚਾਰ ਕਿਉਂ। ਇੱਕ ਸੀਟ ਤੇ ਅੰਬਿਕਾ ਸੋਨੀ ਆਖ ਰਹੇ ਨੇ ਕਿ ਪੰਜਾਬ ਦੇ ਵਿੱਚ ਹਿੰਦੂਆਂ ਦਾ ਜਾਂ ਸਿੱਖਾਂ ਦਾ ਤਾਂ ਕੋਈ ਮੁੱਦਾ ਹੀ ਹੈ ਨਹੀਂ। ਦੂਸਰੀ ਸੀਟ ਬਾਰੇ ਆਖ ਰਹੇ ਨੇ ਕਿ ਇਹ ਹਿੰਦੂ ਸੀਟ ਹੈ, ਇੱਥੇ ਕਿਸੇ ਉਮੀਦਵਾਰ ਨੂੰ ਪਾਰਟੀ ਹਿੰਦੂ ਨੂੰ ਉਤਾਰੇ ਉਹ ਜਿੱਤ ਸਕਦਾ।
ਉਹ ਕਹਿੰਦੇ ਜਾਂ ਤਾਂ ਇਹ ਹੋਵੇ ਕਿ ਕਿਹੜੇ ਇਲਾਕੇ 'ਚ ਕਿਹੜੇ ਵੋਟਰ ਜ਼ਿਆਦਾ ਨੇ ਉਸ ਆਧਾਰ ਤੇ ਉਮੀਦਵਾਰ ਦੀ ਚੋਣ ਕੀਤੀ ਜਾਵੇ। ਇਹਦੇ ਤੋਂ ਪਹਿਲਾਂ ਕਿ ਅੰਬਿਕਾ ਸੋਨੀ ਕੋਈ ਜਵਾਬ ਦਿੰਦੇ, ਸੋਨੀਆ ਗਾਂਧੀ ਨੂੰ ਸਥਿਤੀ ਸੰਭਾਲਣੀ ਪਈ, ਮਾਮਲੇ ਨੂੰ ਸ਼ਾਂਤ ਕਰਨਾ ਪਿਆ। ਦੱਸਣਾ ਬਣਦਾ ਹੈ ਕਿ ਉਸ ਦਿਨ ਜਦੋਂ ਇਹ ਸੋਮਵਾਰ ਨੂੰ ਮਸਲਾ ਵਿਚਾਰਿਆ ਜਾ ਰਿਹਾ ਸੀ, 31 ਉਮੀਦਵਾਰਾਂ ਦੇ ਉੱਤੇ ਫੈਸਲਾ ਕੀਤਾ ਜਾ ਰਿਹਾ ਤੇ ਸੀਈਸੀ ਦੀ ਮੀਟਿੰਗ ਚੱਲ ਰਹੀ ਸੀ। ਮੀਟਿੰਗ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਸ ਦਿਨ ਹਾਜ਼ਰ ਨਹੀਂ ਸੀ, ਇਸ ਕਰਕੇ ਸੂਚੀ ਉਸ ਦਿਨ ਬਾਹਰ ਲਿਆਂਦੀ ਨਹੀਂ ਸੀ ਜਾ ਸਕੀ। ਪਰ ਅੰਬਿਕਾ ਸੋਨੀ ਤੇ ਗੁੱਸਾ ਵਾਰ-ਵਾਰ ਸੁਨੀਲ ਜਾਖੜ ਨੂੰ ਕਿਉਂ ਆ ਰਿਹਾ ਹੈ? ਇਹਦਾ ਦਰਦ ਇੱਕ ਪਿਛਲਾ ਹੋਰ ਵੀ ਲੁਕਿਆ ਹੋਇਆ ਹੈ, ਕਿਉਂਕਿ ਹਿੰਦੂ ਸਿੱਖ ਦਾ ਮਸਲਾ ਅੰਬਿਕਾ ਸੋਨੀ ਨੇ ਪਹਿਲੀ ਵਾਰੀ ਨਹੀਂ ਚੁੱਕਿਆ। ਸ਼ਾਇਦ ਇਸੇ ਮਸਲੇ ਕਾਰਨ ਸੁਨੀਲ ਜਾਖੜ ਉਹਨਾਂ ਤੋਂ ਨਾਰਾਜ਼ ਵੀ ਹੈ। ਬੀਤੇ ਵਰੇ 19 ਸਤੰਬਰ ਨੂੰ ਜਦੋਂ ਮੁੱਖ ਮੰਤਰੀ ਦੇ ਅਹੁਦੇ ਦੀ ਚੋਣ ਕੀਤੀ ਜਾ ਰਹੀ ਸੀ, ਸੁਨੀਲ ਜਾਖੜ ਦਾ ਨਾਮ ਸਭ ਤੋਂ ਪਹਿਲਾਂ ਸਭ ਤੋਂ ਉੱਪਰ ਚੱਲ ਰਿਹਾ ਸੀ। 40 ਵਿਧਾਇਕ ਜਾਖੜ ਸਾਹਿਬ ਦੇ ਹੱਕ ਵਿੱਚ ਵੋਟ ਵੀ ਪਾ ਚੁੱਕੇ ਸੀ। ਅੰਬਿਕਾ ਸੋਨੀ ਦੇ ਨਾਲ ਰਾਹੁਲ ਗਾਂਧੀ ਮੁਲਾਕਾਤ ਕਰਕੇ ਜਦੋਂ ਪੁੱਛਦੇ ਆ ਕਿ ਦੱਸੋ ਭਾਈ ਕੀ ਕੀਤਾ ਜਾਵੇ, ਤੇ ਅੰਬਿਕਾ ਸੋਨੀ ਨੇ ਉੱਥੇ ਵੀ ਆ ਹਿੰਦੂ ਸਿੱਖ ਵਾਲਾ ਪੱਤਾ ਖੇਡਿਆ ਸੀ। ਉਹ ਕਹਿਣ ਲੱਗੇ ਸੀ ਕਿ ਪੰਜਾਬ ਦੇ ਵਿੱਚ ਸਿੱਖ ਚਾਹੀਦਾ, ਦਸਤਾਰਧਾਰੀ ਮੁੱਖ ਮੰਤਰੀ ਚਾਹੀਦਾ। ਇਹਦੇ ਤੋਂ ਬਾਅਦ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਨੂੰ ਚਿੱਤ ਚੇਤਾ ਵੀ ਹੈ ਨਹੀਂ ਸੀ, ਚਰਨਜੀਤ ਸਿੰਘ ਚੰਨੀ ਹੋਰਾਂ ਦਾ ਗੁਣੀਆਂ ਪੈ ਜਾਂਦਾ ਤੇ ਅੰਬਿਕਾ ਸੋਨੀ ਦੇ ਦਖਲ ਦੇ ਕਾਰਨ ਸੁਨੀਲ ਜਾਖੜ ਮੁੱਖ ਮੰਤਰੀ ਬਣਦੇ ਬਣਦੇ ਰਹਿ ਗਏ ਸੀ। ਸੁਨੀਲ ਜਾਖੜ ਦੀ ਇੱਕ ਵਾਰ ਨਹੀਂ, ਜਿਸ ਦਿਨ ਪ੍ਰਧਾਨ ਬਣਾਇਆ ਜਾ ਰਿਹਾ ਸੀ ਨਵਜੋਤ ਸਿੰਘ ਸਿੱਧੂ ਨੂੰ, ਉਸ ਦਿਨ ਵੀ ਸਟੇਜ ਦੇ ਉੱਤੋਂ ਉਹਨਾਂ ਦੀ ਨਾਰਾਜ਼ਗੀ ਸਾਫ਼ ਝਲਕ ਰਹੀ ਸੀ। ਉਹਦੇ ਤੋਂ ਬਾਅਦ ਕਈ ਦਿਨ ਉਹ ਰੁੱਸੇ ਰਹੇ। ਆਖਰਕਾਰ ਪ੍ਰਿਯੰਕਾ ਤੇ ਰਾਹੁਲ ਗਾਂਧੀ ਉਹਨਾਂ ਨੂੰ ਆਪਣੇ ਨਾਲ ਲੈ ਕੇ ਗਏ ਸੀ, ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸੀ। ਫਿਰ ਅੰਬਿਕਾ ਸੋਨੀ ਨੇ ਜਦੋਂ ਹਿੰਦੂ ਤੇ ਸਿੱਖ ਵਾਲੀ ਗੱਲ ਕੀਤੀ, ਉਹ ਪੁਰਾਣੇ ਜ਼ਖਮ ਫੇਰ ਉਚੜੇ ਤੇ ਫਿਰ ਤੂੰ ਮੈਂ ਤੇ ਖੈਬੜ ਖੜਵਈਆ ਸੋਨੀਆ ਗਾਂਧੀ ਨਾਲ ਚੱਲ ਰਹੀ ਮੀਟਿੰਗ ਵਿੱਚ ਅੰਬਿਕਾ ਸੋਨੀ ਅਤੇ ਸੁਨੀਲ ਜਾਖੜ ਦਾ ਹੋਇਆ। ਪਰ ਮੈਂ ਤੁਹਾਨੂੰ ਬੇਨਤੀ ਕਰਦੇ ਹਾਂ, ਉਹ ਭਾਵੇਂ ਅੰਬਿਕਾ ਸੋਨੀ ਹੋਣ ਤੇ ਭਾਵੇਂ ਲੀਡਰ ਹੋਵੇ ਕਿਸੇ ਪਾਰਟੀ ਦਾ ਹੋਰ, ਹਿੰਦੂ ਸਿੱਖ ਦਾ ਪੱਤਾ, ਜਾਤ ਪਾਤ ਦਾ ਪੱਤਾ ਇਸ ਵਕਤ ਵੱਡੇ ਪੈਮਾਨੇ ਤੇ ਅਕਾਲੀ ਵੀ ਖੇਡ ਰਹੇ ਨੇ। ਉਹਨਾਂ ਨੇ ਕਿਹਾ ਸੀ ਕਿ ਡਿਪਟੀ ਸੀਐਮ ਸਾਡਾ ਦਲਿਤ ਭਾਈਚਾਰੇ ਚੋਂ ਹੋਏਗਾ। ਨਾਲ ਦੀ ਨਾਲ ਭਾਜਪਾ ਨੇ ਆਖ ਦਿੱਤਾ ਸੀ ਕਿ ਸਾਡਾ ਸੀਐਮ ਵੀ ਹੋਏਗਾ, ਪਰ ਬਾਅਦ ਦੇ ਵਿੱਚ ਚੁੱਪ ਵੱਟ ਗਏ। ਤੇ ਇੱਧਰ ਕਾਂਗਰਸ ਵਾਲਿਆਂ ਨੇ ਵੀ ਇਹੋ ਹੀ ਪੱਤਾ ਦਲਿਤ ਕਾਰਡ ਖੇਡ ਕੇ ਚਰਨਜੀਤ ਸਿੰਘ ਚੰਨੀ ਜੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਕਿ ਤੁਸੀਂ ਗੱਲਾਂ ਕਰਦੇ ਹੋ ਤਾਂ ਅਸੀਂ ਤਾਂ ਆਹ ਚੱਕੋ ਬਣਾ ਵੀ ਦਿੱਤਾ। ਤੁਹਾਡੀ ਵੋਟ ਤੇ ਅੱਖ ਹੈ ਇਹਨਾਂ ਪਾਰਟੀਆਂ ਦੀ, ਕਿਰਪਾ ਕਰਕੇ ਭਾਈਚਾਰਕ ਸਾਂਝਾ ਬਣਾ ਕੇ ਰੱਖਿਓ, ਵੋਟਾਂ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਤੇ ਹੁਣ ਭਾਵੇਂ ਉਮੀਦਵਾਰ ਦੀਆਂ 2 ਸੂਚੀਆਂ, ਕਿਉਂਕਿ ਚੋਣਾਂ ਤਾਂ ਪੰਜਾਬ ਦੀਆਂ ਨੇੜੇ ਆ ਰਹੀਆਂ ਨੇ, ਹੁਣ 2 ਸੂਚੀਆਂ ਐਲਾਨੀਆਂ ਜਾ ਚੁੱਕੀਆਂ ਨੇ। ਉਹਨਾਂ ਦੇ ਵਿੱਚ 109 ਉਮੀਦਵਾਰ ਕਾਂਗਰਸ ਨੇ ਐਲਾਨ ਦਿੱਤੇ ਆ, 8 ਉਮੀਦਵਾਰ ਹਾਲੇ ਵੀ ਐਲਾਨਣੇ ਨੇ ਤੇ ਉਹਨਾਂ ਨੂੰ ਲੈ ਕੇ ਪੇਚ ਹਾਲੇ ਫਸਿਆ ਹੋਇਆ ਹੈ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਹਨਾਂ ਦੋਵਾਂ ਸੂਚੀਆਂ ਦੇ ਵਿੱਚ ਹਾਲੇ ਤੱਕ ਜਲਾਲਾਬਾਦ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਨੇ। ਉਹਨਾਂ ਦੇ ਮੁਕਾਬਲੇ ਕਾਂਗਰਸ ਪਾਰਟੀ ਨੇ ਕੋਈ ਚਿਹਰਾ ਨਹੀਂ ਦਿੱਤਾ, ਕੋਈ ਉਮੀਦਵਾਰ ਐਲਾਨਿਆ ਨਹੀਂ। ਦੂਸਰੇ ਪਾਸੇ ਪਟਿਆਲਾ ਸ਼ਹਿਰੀ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਖਿਲਾਫ ਵੀ ਕਾਂਗਰਸ ਨੇ ਹਾਲ ਦੀ ਘੜੀ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਹੁਣ ਦੇਖਣਾ ਇਹ ਹੋਊ ਕਿ ਕਾਂਗਰਸ ਪਾਰਟੀ ਸੁਖਬੀਰ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੋਈ ਵੱਡਾ ਲੀਡਰ ਉਤਾਰਦੀ ਹੈ ਜਾਂ ਫਿਰ ਨਹੀਂ। ਕਾਂਗਰਸ ਨੇ ਕੁੱਲ ਮਿਲਾ ਕੇ ਪਹਿਲੀਆਂ 2 ਜਿਹੜੀਆਂ ਸੂਚੀਆਂ ਨੇ ਉਹਨਾਂ ਦੇ ਵਿੱਚ 8 ਵਿਧਾਇਕਾਂ ਦੀਆਂ ਟਿਕਟਾਂ ਵੀ ਕੱਟ ਦਿੱਤੀਆਂ ਨੇ, ਜਿਹਦੇ ਕਰਕੇ ਬਗਾਵਤ ਦਾ ਝੰਡਾ ਵੀ ਉਹਨਾਂ ਵਿੱਚੋਂ ਬਹੁਤ ਜਣਿਆਂ ਨੇ ਚੁੱਕਿਆ ਹੋਇਆ। ਜਿਨ੍ਹਾਂ ਦੀਆਂ ਟਿਕਟਾਂ ਹੁਣ ਤੱਕ ਕੱਟੀਆਂ ਜਾ ਚੁੱਕੀਆਂ ਨੇ, ਉਹਨਾਂ ਵਿੱਚੋਂ ਮੋਗਾ ਤੋਂ ਹਰਜੋਤ ਕਮਲ ਨੇ, ਮਲੋਟ ਤੋਂ ਅਜੈਬ ਪੱਟੀ ਨੇ, ਸ਼੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਲਾਡੀ ਨੇ, ਬੱਲੂਆਣਾ ਤੋਂ ਨੱਥੋ ਰਾਮ ਨੇ, ਫਿਰੋਜ਼ਪੁਰ ਦਿਹਾਤੀ ਤੋਂ ਸਤਕਾਰ ਕੌਰ ਨੇ, ਅਮਰਗੜ੍ਹ ਤੋਂ ਸੁਰਜੀਤ ਧੀਮਾਨ, ਸਮਰਾਲਾ ਤੋਂ ਅਮਰੀਕ ਢਿੱਲੋਂ ਅਤੇ ਸ਼ਤਰਾਣਾ ਤੋਂ ਨਿਰਮਲ ਸਿੰਘ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਨੇ। ਇਹਨਾਂ ਵਿੱਚੋਂ ਬਹੁਤਿਆਂ ਨੇ ਬਗਾਵਤ ਦਾ ਝੰਡਾ ਚੁੱਕ ਲਿਆ, ਕਈਆਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਤੇ ਇਹਦੇ ਨਾਲ ਹੀ ਉਮੀਦ ਹੈ ਕਿ ਅੱਜ ਜਾਂ ਭਲਕੇ ਕਾਂਗਰਸ ਤੇ ਰਹਿੰਦੇ 8 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ। ਪਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹੋ ਸਕਦਾ ਕਿ ਕਈ ਆਗੂ, ਜਿਸ ਤਰ੍ਹਾਂ ਆਂਵਲਾ ਸਾਹਿਬ ਕਹਿੰਦੇ ਨੇ ਕਿ ਮੈਨੂੰ ਟਿਕਟ ਇੱਥੋਂ ਨਾ ਪਾਈ ਦਿੱਤੀ ਜਾਵੇ, ਕਿਤੋਂ ਹੋਰ ਲੜਾ ਲਿਆ ਜਾਵੇ, ਜੇ ਮੈਨੂੰ ਜਲਾਲਾਬਾਦ ਤੋਂ ਲੜਾਉਣਾ ਹੈ ਤਾਂ ਫਿਰ ਮੈਂ ਲੜਦਾ ਹੀ ਨਹੀਂ। ਪਰ ਦੂਸਰੇ ਪਾਸੇ ਪਟਿਆਲਾ ਸ਼ਹਿਰੀ ਹਲਕੇ ਦੀ ਸਥਿਤੀ ਵੱਖਰੀ ਹੈ।
ਉੱਥੋਂ ਕਾਂਗਰਸ ਦੇ ਸੀਨੀਅਰ ਆਗੂ ਨੇ ਲਾਲ ਸਿੰਘ ਉਹ ਟਿਕਟ ਦੀ ਖੁਦ ਮੰਗ ਕਰ ਰਹੇ ਨੇ। ਪਰ ਸਿਆਸੀ ਗਲਿਆਰਿਆਂ 'ਚ ਚਰਚਾ ਹੈ ਕਿ ਜਿਸ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਤਾਰ ਦਿੱਤਾ ਗਿਆ ਹੈ, ਇਸੇ ਦੌਰਾਨ ਕੁਝ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕੈਪਟਨ ਦੇ ਖਿਲਾਫ ਵੀ ਉਤਾਰਿਆ ਜਾਵੇ। ਹਾਲਾਂਕਿ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਦੇ ਬਾਰੇ ਤੁਸੀਂ ਬਿਆਨ ਦਿੱਤਾ ਸੀ, ਜਾਓ ਤੁਸੀਂ ਉਹਨਾਂ ਦੇ ਖਿਲਾਫ ਖੁਦ ਚੋਣ ਲੜੋ। ਉਹ ਕਹਿੰਦੇ ਨਾ, ਮੈਂ ਨਹੀਂ ਲੜਦਾ, ਮੈਂ ਪਟਿਆਲਾ ਹਲਕਾ ਨਹੀਂ ਛੱਡਣਾ। ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਪਹਿਲੀ ਲਿਸਟ ਦੇ ਵਿੱਚ ਹੀ ਸ਼ਾਮਲ ਕਰਕੇ ਉਹਨਾਂ ਦੇ ਪੁਰਾਣੇ ਹਲਕੇ ਤੋਂ ਚੋਣ ਮੈਦਾਨ 'ਚ ਉਤਾਰ ਦਿੱਤਾ ਸੀ। ਪਰ ਚਰਚਾ ਹੋ ਰਹੀ ਹੈ ਕਿ ਚਾਚਾ ਭਤੀਜਾ ਮਿਲੇ ਹੋਏ ਨੇ। ਸ਼ਾਇਦ ਚਾਚੇ ਦੇ ਕਹਿਣ ਤੇ ਭਤੀਜੇ ਨੂੰ ਭਾਵ ਬਿਕਰਮ ਮਜੀਠੀਆ ਨੂੰ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ। ਪਰ ਅੱਜ ਜਿੱਥੇ ਕਾਂਗਰਸ ਵਾਸਤੇ ਵੱਡਾ ਦਿਨ ਹੈ ਕਿਉਂਕਿ ਰਾਹੁਲ ਗਾਂਧੀ ਆ ਰਹੇ ਨੇ, ਆਪਾਂ ਉਹ ਖਬਰ ਵੀ ਵਿਚਾਰਾਂਗੇ, ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਵਾਸਤੇ ਵੀ ਵੱਡਾ ਦਿਨ ਹੈ। ਉਹਨਾਂ ਨੇ ਨਾਮਜ਼ਦਗੀ ਵੀ ਆਪਣੀ ਦਾਖਲ ਕਰਨੀ ਹੈ ਤੇ ਨਾਲ ਉਹਨਾਂ ਨੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਾ ਹੈ ਕਿ ਰਾਹਤ ਮਿਲਦੀ ਹੈ ਕਿ ਨਹੀਂ, ਕਿਉਂਕਿ ਉਹਨਾਂ ਕੋਲ ਕੁੱਲ ਮਿਲਾ ਕੇ 3 ਹੀ ਦਿਨ ਸੀ ਜਿਹੜੇ ਉਹਨਾਂ ਦੇ ਅੱਜ ਪੂਰੇ ਹੋ ਜਾਣੇ ਆ। ਤੇ ਹੁਣ ਬਲਵੰਤ ਸਿੰਘ ਰਾਜੋਆਣਾ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਕੇਸ ਦੇ ਵਿੱਚ ਉਹ ਸਜ਼ਾ ਜ਼ਾਬਤਾ ਨੇ। ਪੰਜਾਬ ਪੁਲਿਸ ਦੇ ਉਹ ਸਾਬਕਾ ਕਾਂਸਟੇਬਲ ਨੇ ਬਲਵੰਤ ਸਿੰਘ ਰਾਜੋਆਣਾ, ਇਸ ਵਕਤ ਚੰਡੀਗੜ੍ਹ ਦੀ ਬੁਡੈਲ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਉਹ ਪੈਰੋਲ ਦੀ ਮੰਗ ਕਰ ਰਹੇ ਨੇ। ਤੇ ਆਧਾਰ ਕੀ ਹੈ? ਅਸਲ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ। ਇਸ ਵਾਸਤੇ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਇੱਕ ਪਟੀਸ਼ਨ ਦਾਇਰ ਕੀਤੀ ਹੈ। ਉਹਦੀ ਵੀ ਸੁਣਵਾਈ ਅੱਜ 27 ਤਰੀਕ ਨੂੰ ਹੋਣੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਉਹਨਾਂ ਨੇ ਬੁਡੈਲ ਜੇਲ੍ਹ ਅਥਾਰਟੀ ਨੂੰ ਆਖਿਆ ਸੀ ਕਿ ਮੈਨੂੰ ਪੈਰੋਲ ਤੇ ਜਾਣ ਦਿੱਤਾ ਜਾਵੇ, ਮੇਰੇ ਪਿਤਾ ਦੀਆਂ ਅੰਤਮ ਰਸਮਾਂ ਨੇ, ਮੈਂ ਉਹਨਾਂ 'ਚ ਸ਼ਾਮਲ ਹੋਣਾ ਚਾਹੁੰਦਾ। ਜੇਲ੍ਹ ਅਥਾਰਟੀ ਨੇ ਭਾਈ ਰਾਜੋਆਣਾ ਦੀ ਇਹ ਮੰਗ ਖਾਰਜ ਕਰ ਦਿੱਤੀ ਹੈ ਤੇ ਦਲੀਲ ਦਿੱਤੀ ਸੀ ਕਿ ਤੁਹਾਨੂੰ ਮੌਤ ਦੀ ਸਜ਼ਾ ਮਿਲ ਚੁੱਕੀ ਹੈ, ਇਸ ਵਾਸਤੇ ਤੁਹਾਨੂੰ ਪੈਰੋਲ ਨਹੀਂ ਦਿੱਤੀ ਜਾ ਸਕਦੀ। ਦੱਸਣਾ ਬਣਦਾ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ 27 ਜੁਲਾਈ 2007 ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਸੀ। ਪਰ ਦੂਸਰੇ ਪਾਸੇ ਐਡਵੋਕੇਟ ਵਿਵੇਕ ਠਾਕਰ, ਜਿਨ੍ਹਾਂ ਦੇ ਰਾਹੀਂ ਬਲਵੰਤ ਸਿੰਘ ਰਾਜੋਆਣਾ ਨੇ ਪਟੀਸ਼ਨ ਦਾਇਰ ਕੀਤੀ ਹੈ, ਉਹ ਦੱਸਦੇ ਆ ਕਿ ਲੰਬੇ ਸਮੇਂ ਤੋਂ ਬਲਵੰਤ ਸਿੰਘ ਰਾਜੋਆਣਾ ਨੂੰ ਜੇਕਰ ਜੇਲ੍ਹ ਦੇ ਵਿੱਚ ਮੁਲਾਕਾਤ ਵਾਸਤੇ ਕੋਈ ਮਿਲਣ ਜਾਂਦਾ ਸੀ, ਬੀਤੇ 26 ਵਰਿਆਂ ਤੋਂ ਕੋਈ ਲਗਾਤਾਰ ਜਾ ਰਿਹਾ ਸੀ, ਤਾਂ ਉਹਨਾਂ ਦੇ ਪਿਤਾ ਜੀ ਸੀ। ਇਸ ਕਰਕੇ ਉਹਨਾਂ ਦੀਆਂ ਅੰਤਮ ਰਸਮਾਂ ਦੇ ਵਿੱਚ ਉਚੇਚੇ ਤੌਰ ਤੇ ਸ਼ਾਮਲ ਜ਼ਰੂਰ ਹੋਣਾ ਚਾਹੁੰਦੇ ਆ। ਭਾਵੇਂ ਕਿ ਬੁਡੈਲ ਜੇਲ੍ਹ ਦੇ ਅਧਿਕਾਰੀਆਂ ਨੇ ਉਹਨਾਂ ਦੀ ਇਹ ਮੰਗ ਠੁਕਰਾ ਦਿੱਤੀ ਹੈ, ਪਰ ਦੂਸਰੇ ਪਾਸੇ ਇਹ ਮੈਂ ਦੱਸਣਾ ਚਾਹੁੰਦਾ ਕਿ ਸੁਪਰੀਮ ਕੋਰਟ ਵੱਲੋਂ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੇ ਵਿਅਕਤੀ ਨੂੰ ਪੈਰੋਲ ਦਿੱਤੀ ਗਈ ਸੀ। ਉਹ ਆਪਣੀਆਂ ਮਾਂ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਸੀ। ਹੁਣ ਮੈਨੂੰ ਉਮੀਦ ਹੈ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਆਧਾਰ ਬਣਾ ਕੇ ਹਾਈ ਕੋਰਟ ਦੇ ਵਿੱਚ ਦਲੀਲ ਪੇਸ਼ ਕੀਤੀ ਜਾਏਗੀ ਕਿ ਸੁਪਰੀਮ ਕੋਰਟ ਨੇ ਵੀ ਮੌਤ ਦੀ ਸਜ਼ਾ ਯਾਫਤਾ ਵਿਅਕਤੀ ਨੂੰ ਆਪਣੀਆਂ ਮਾਂ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਗਿਆ ਦੇ ਦਿੱਤੀ ਸੀ। ਹੋ ਸਕਦਾ ਇਹਨਾਂ ਦਲੀਲਾਂ ਦੇ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਮੰਨ ਜਾਵੇ ਜਾਂ ਨਾ ਮੰਨੇ। ਮੈਂ ਇਹ ਵੀ ਦੱਸਦਾ ਕਿ 31 ਅਗਸਤ 1995 ਨੂੰ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਪੰਜਾਬ ਦੇ ਸਿਵਲ ਸਕੱਤਰੇਤ ਦੇ ਵਿੱਚ ਬੰਬ ਧਮਾਕੇ ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਬੇਅੰਤ ਸਿੰਘ ਦੇ ਇਲਾਵਾ 16 ਹੋਰ ਵਿਅਕਤੀਆਂ ਦੀ ਵੀ ਉਸ ਬੰਬ ਧਮਾਕੇ ਵਿੱਚ ਮੌਤ ਹੋ ਗਈ ਸੀ ਤੇ ਉਸੇ ਹੀ ਕੇਸ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਇਸ ਵਕਤ ਬੁਡੈਲ ਜੇਲ੍ਹ ਦੇ ਵਿੱਚ ਬੰਦ ਨੇ। ਵੇਖਣਾ ਹੋਏਗਾ ਕਿ ਮਾਨਯੋਗ ਅਦਾਲਤ ਉਹਨਾਂ ਨੂੰ ਪੈਰੋਲ ਦਿੰਦੀ ਹੈ ਆਪਣੇ ਪਿਤਾ ਦੀਆਂ ਅੰਤਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਜਾਂ ਫਿਰ ਨਹੀਂ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਹਰਸਿਮਰਤ ਕੌਰ ਬਾਦਲ, ਬਿਕਰਮ ਸਿੰਘ ਮਜੀਠੀਆ ਆਪਸ ਦੇ ਵਿੱਚ 36 ਦਾ ਅੰਕੜਾ ਚੱਲ ਰਿਹਾ ਇਹਨਾਂ ਦਾ। ਪੰਜਾਬ ਦੀਆਂ ਚੋਣਾਂ ਨੇੜੇ ਆਈ ਜਾਂਦੀਆਂ ਨੇ, ਮੈਦਾਨ ਭਖੀ ਜਾ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਕਿਉਂਕਿ ਬਿਕਰਮ ਸਿੰਘ ਮਜੀਠੀਆ ਦਾ ਐਲਾਨ ਹੋ ਚੁੱਕਿਆ ਕਿ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਉਹ ਚੋਣ ਲੜਨਗੇ, ਤੇ ਹੁਣ ਹਰਸਿਮਰਤ ਕੌਰ ਬਾਦਲ ਨੇ ਹਮਲਾਵਰ ਰੁਖ ਅਖਤਿਆਰ ਕੀਤਾ ਹੈ। ਹੋ ਸਕਦਾ ਹੈ ਕਿ ਜੇਕਰ ਬਿਕਰਮ ਸਿੰਘ ਮਜੀਠੀਆ ਨੂੰ ਰੂਪੋਸ਼ ਹੋਣਾ ਪੈ ਗਿਆ ਜਾਂ ਸਰੈਂਡਰ ਕਰਨਾ ਪੈ ਗਿਆ ਤਾਂ ਹਰਸਿਮਰਤ ਕੌਰ ਬਾਦਲ ਉਹਨਾਂ ਦੀ ਚੋਣ ਕਮਾਂਡ ਸੰਭਾਲਣ, ਤੇ ਹੁਣ ਤੋਂ ਹੀ ਉਹਨਾਂ ਨੇ ਚੋਣ ਮੈਦਾਨ ਭਖਾਉਣਾ ਸ਼ੁਰੂ ਕਰ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਕਹਿੰਦੇ ਵੀ ਸਿੱਧੂ ਤਾਂ ਭਖੌੜਾ ਹੈ, ਇਹ ਭਗੌੜਾ ਬੰਦਾ ਹੈ। ਉਹ ਕਹਿੰਦੇ ਬੜੀ ਜਲਦੀ ਇਹ ਸਾਬਤ ਹੋ ਜਾਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਤੋਂ ਵੀ ਭੱਜਣ ਵਾਲਾ ਹੈ। ਉਹਨਾਂ ਨੇ ਨਾਲ ਕੁਝ ਇੱਕ ਦਲੀਲਾਂ ਤਰਕ ਹਵਾਲੇ ਦਿੱਤੇ।
ਉਹ ਕਹਿੰਦੇ ਜਿਹੜਾ ਕ੍ਰਿਕਟ ਫੀਲਡ ਤੋਂ ਭੱਜ ਗਿਆ ਉਹ ਭਗੌੜਾ, ਜਿਹੜਾ ਰਾਜ ਸਭਾ ਸੀਟ ਤੋਂ ਭੱਜ ਗਿਆ ਉਹ ਭਗੌੜਾ, ਜਿਹੜਾ ਮੰਤਰੀ ਦੀ ਜ਼ਿੰਮੇਵਾਰੀ ਲੈਣ ਤੋਂ ਭੱਜਿਆ ਉਹ ਭਗੌੜਾ। ਕਹਿੰਦੇ ਹੁਣ ਭੱਜਣਾ ਉਹਨੇ ਕਿੱਥੋਂ ਹੈ? ਕਹਿੰਦੇ ਕਾਂਗਰਸ ਦਾ ਪ੍ਰਧਾਨ ਉਹਨੂੰ ਬਣਾ ਦਿੱਤਾ ਸੀ, ਪਾਰਟੀ ਦਾ ਭੱਠਾ ਬਿਠਾਊ ਤੇ ਫਿਰ ਇੱਥੋਂ ਵੀ ਭਗੌੜਾ ਹੋ। ਉਹ ਕਹਿੰਦੇ ਕੁਝ ਕੁ ਦਿਨਾਂ ਦੀ ਗੱਲ ਹੈ, ਸਾਡੇ ਮਾਝੇ ਦਾ ਜਰਨੈਲ ਬਿਕਰਮ ਮਜੀਠੀਆ ਨੂੰ ਆਖ ਰਹੇ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਚੋਣ ਲੜ ਰਿਹਾ ਹੈ। ਕਹਿੰਦੇ ਮੈਨੂੰ ਤਾਂ ਹੁਣੇ ਪ੍ਰਤੀਤ ਹੋਣ ਲੱਗ ਪਿਆ, ਮਹਿਸੂਸ ਹੋਣ ਲੱਗ ਪਿਆ ਕਿ ਸਿੱਧੂ ਜਾਂ ਤਾਂ ਵੋਟਾਂ ਤੋਂ ਪਹਿਲਾਂ ਭੱਜ ਜੂ, ਕਿਉਂਕਿ ਉਹਦੀ ਆਦਤ ਹੈ ਕਹਿੰਦੇ ਭੱਜਣ ਦੀ, ਜੇ ਨਾ ਭੱਜਿਆ ਤਾਂ ਲੋਕਾਂ ਨੇ ਉਹਨੂੰ ਹਰਾ ਦੇਣਾ ਤੇ ਚੋਣਾਂ ਤੋਂ ਬਾਅਦ ਚ ਭੱਜ ਜੂ। ਅਸਲ ਦੇ ਵਿੱਚ ਜਦੋਂ ਪੱਤਰਕਾਰਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਸੀ, ਉਹ ਕਹਿੰਦੇ ਸਾਨੂੰ ਇੱਕ ਮਜ਼ਬੂਤ ਤੇ ਇੱਕ ਸਥਾਈ ਸਰਕਾਰ ਚਾਹੀਦੀ ਹੈ, ਖਰੀਦੋ ਫਰੋਖਤ ਕਰਨ ਵਾਲੀਆਂ ਦਿੱਲੀ ਦੀਆਂ ਪਾਰਟੀਆਂ ਤੋਂ ਲੋਕ ਸੁਚੇਤ ਰਹਿਣ। ਉਹਨਾਂ ਦਾ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸੀ, ਭਾਜਪਾ ਤੇ ਕਾਂਗਰਸ ਤੇ ਨਿਸ਼ਾਨਾ ਸੀ। ਉਹ ਕਹਿੰਦੇ ਮੈਨੂੰ ਮਾਣ ਹੈ ਕਿ ਬਾਦਲ ਸਾਹਿਬ ਨੇ ਆਪਣੀ ਉਮਰ ਦੇ 70 ਸਾਲ ਲੋਕ ਸੇਵਾ ਚਲਾਈ ਹੈ ਤੇ ਇਸ ਵਾਰ ਉਹਨਾਂ ਦਾ ਫਿਰ ਐਲਾਨ ਹੋ ਚੁੱਕਿਆ ਹੈ, ਲੰਬੀ ਦੇ ਲੋਕ ਉਹਨਾਂ ਨੂੰ ਵੱਡੀ ਜਿੱਤ ਦਿਵਾਉਣਗੇ, ਲੀਡ ਵੱਡੀ ਹੋਏਗੀ ਤੇ ਪੰਜਾਬ ਦੇ ਵਿੱਚ ਅਕਾਲੀ ਤੇ ਬਸਪਾ ਦੀ ਸਰਕਾਰ ਬਣੂਗੀ। ਤੇ ਬਿਕਰਮ ਮਜੀਠੀਆ ਤੇ ਕਹਿੰਦੇ ਜਿਹੜਾ ਪਰਚਾ ਹੋਇਆ ਇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਿਫਾਰਿਸ਼ ਦੇ ਉੱਤੇ ਡੀਜੀਪੀ ਚੱਟੋਪਾਧਿਆਏ ਦੇ ਕਹਿਣ ਦੇ ਉੱਤੇ ਹੋਇਆ। ਪਰ ਦੂਸਰੇ ਪਾਸੇ ਕਹਿੰਦੇ ਇੱਕ ਚੰਨੀ ਦਾ ਰਿਸ਼ਤੇਦਾਰ ਜਿਨ੍ਹਾਂ ਦੇ ਘਰੋਂ ਕਰੋੜਾਂ ਰੁਪਏ ਬਰਾਮਦ ਹੋ ਗਏ ਹੋਣ, ਉਹਦੇ ਖਿਲਾਫ ਕੋਈ FIR ਹੀ ਨਹੀਂ ਹੋਈ। ਕਹਿੰਦੇ ਹੈਰਾਨੀ ਦੀ ਗੱਲ ਨਹੀਂ, ਗੱਲ ਇਹ ਹੈ ਉਹ ਕਹਿੰਦੇ ਜਾਣ-ਬੁੱਝ ਕੇ ਸਾਨੂੰ ਜਾਂ ਵਿਰੋਧੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਹੈ, ਇਹਦੇ ਵਿੱਚ ਹੋਰ ਕੁਝ ਨਹੀਂ। ਪਰ ਉਹਨਾਂ ਨੇ ਇੱਕ ਵਾਰੀ ਫਿਰ ਜ਼ੋਰ ਦੇ ਕੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਜਾਂ ਚੋਣਾਂ ਤੋਂ ਪਹਿਲਾਂ ਜਾਂ ਚੋਣਾਂ ਤੋਂ ਬਾਅਦ ਪੰਜਾਬ ਚੋਂ ਭੱਜਣ ਵਾਲਾ ਹੈ। ਹੁਣ ਵੇਖਦੇ ਹਾਂ ਕਿ ਮੈਦਾਨ 'ਚ ਦੋਵਾਂ ਚੋਂ ਕੌਣ ਰਹਿੰਦਾ ਹੈ। ਪਰ ਦੂਜੇ ਪਾਸੇ ਕਾਂਗਰਸੀ ਕਹਿੰਦੇ ਹੈ ਕਿ ਮੱਝ ਦਾ ਜਰਨੈਲ ਅੱਗੇ ਭਗੌੜਾ ਰਿਹਾ, 20-22 ਦਿਨ ਲੱਭੇ ਹੀ ਨਹੀਂ ਕਿਤੇ, 3 ਹਫ਼ਤੇ ਕਿੱਥੇ ਸੀ ਕਿੱਥੇ ਨਹੀਂ। ਸ਼ਾਇਦ ਇਹ ਸਵਾਲ ਹਰਸਿਮਰਤ ਕੌਰ ਬਾਦਲ ਨੂੰ ਪੁੱਛਣ ਵਾਲਾ ਸੀ ਕਿ 27 ਜਨਵਰੀ ਤੋਂ ਬਾਅਦ ਕੀ ਭਗੌੜੇ ਹੋਣਗੇ ਜਾਂ ਉਹ ਸਰੈਂਡਰ ਕਰਨਗੇ, ਇਹ ਸਮਾਂ ਦੱਸੇਗਾ। ਤੇ ਅੱਜ ਕਾਂਗਰਸ ਵਾਸਤੇ ਇੱਕ ਵੱਡਾ ਦਿਨ ਹੈ। ਉਹਦਾ ਕਾਰਨ ਹੈ ਕਿ ਕਾਂਗਰਸ ਦੇ ਵੱਡੇ ਆਗੂ ਨੇ ਰਾਹੁਲ ਗਾਂਧੀ, ਉਹ ਅੱਜ ਪੰਜਾਬ ਦੇ ਦੌਰੇ ਤੇ ਹੋਣਗੇ। ਦਰਅਸਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਕਰਨ ਦੇ ਸਿਲਸਿਲੇ ਦੇ ਵਿੱਚ ਪੂਰਾ ਦਿਨ ਉਹਨਾਂ ਨੇ ਪੰਜਾਬ 'ਚ ਰਹਿਣਾ ਹੈ। ਹਾਲਾਂਕਿ ਉਹਨਾਂ ਦੇ ਦੌਰੇ ਦੇ ਨਾਲ ਜੁੜਿਆ ਸਭ ਤੋਂ ਵੱਡਾ ਸਵਾਲ ਇਹ ਰਹਿਣਾ ਹੈ ਕਿ ਉਹ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਾਸਤੇ ਕਾਂਗਰਸ ਦੇ CM ਚਿਹਰੇ ਦਾ ਕੋਈ ਐਲਾਨ ਕਰਨਗੇ ਜਾਂ ਨਹੀਂ। ਇਹ ਵੀ ਮੈਂ ਦੱਸ ਦਿਆਂ ਕਿ 2017 ਦੇ ਵਿੱਚ ਕਾਂਗਰਸ ਦੇ ਤਤਕਾਲੀ ਆਗੂ ਕੈਪਟਨ ਅਮਰਿੰਦਰ ਸਿੰਘ ਦਾ ਐਲਾਨ ਵੀ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਸੀ। ਇਸ ਸਵਾਲ ਦੇ ਸੰਦਰਭ ਦੇ ਵਿੱਚ ਜੇਕਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਰਕਰਾਂ ਨੂੰ ਦੇਖੀਏ, ਉਹਨਾਂ ਦੀ ਉਮੀਦ ਨੂੰ ਭਾਂਪੀਏ, ਤਾਂ ਉਹ ਇਹ ਚਾਹੁੰਦੇ ਨੇ ਕਿ CM ਦਾ ਚਿਹਰਾ ਐਲਾਨਿਆ ਜਾਣਾ ਚਾਹੀਦਾ ਤਾਂ ਜੋ ਪੂਰੇ ਸੂਬੇ ਦੀ, ਸਮੁੱਚੇ ਸੂਬੇ ਦੀ ਜਿਹੜੀ ਸੂਬਾਈ ਸੰਗਠਨ ਹੈ ਉਹਨੂੰ ਕੋਈ ਸਪਸ਼ਟ ਸੰਕੇਤ ਮਿਲ ਸਕਣ ਕਿ ਉਹ ਕਿਹਦੀ ਅਗਵਾਈ ਦੇ ਵਿੱਚ ਦਰਅਸਲ ਚੋਣ ਲੜ ਰਹੇ ਨੇ ਜਾਂ ਕਿਹਦੇ ਹੱਥ ਉਹ ਮਜ਼ਬੂਤ ਕਰਨ। ਇਹਦੇ ਨਾਲ ਹੀ ਰਾਹੁਲ ਗਾਂਧੀ ਹੁਣ ਤੱਕ ਜੋ ਕਹਿੰਦੇ ਰਹੇ ਨੇ, ਉਹ ਕਹਿੰਦੇ ਨੇ ਸਮੂਹਕ ਲੀਡਰਸ਼ਿਪ ਦਾ ਫਾਰਮੂਲਾ ਹੈ, ਅਸੀਂ ਇਸੇ ਫਾਰਮੂਲੇ ਦੇ ਅਧੀਨ ਚੋਣ ਲੜਨੀ ਹੈ। ਉਹਦੇ 'ਚ ਨਵਜੋਤ ਵੀ ਨੇ, ਉਹਦੇ ਚੰਨੀ ਵੀ ਨੇ ਤੇ ਉਹਦੇ ਝਾਖੜ ਸਾਹਿਬ ਵੀ ਨੇ। ਹੁਣ ਦੇਖਣਾ ਹੋ ਕਿ ਅੱਜ ਉਹ ਕੋਈ ਐਲਾਨ ਕਰਦੇ ਆ ਕਿ ਨਹੀਂ। ਪਰ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਦੇ ਮਾਮਲੇ ਨਾਲ ਕੁਝ ਦਿਲਚਸਪ ਪਹਿਲੂ ਵੀ ਨੇ ਜਿਨ੍ਹਾਂ ਦੇ ਉੱਤੇ ਨਜ਼ਰ ਮਾਰੀ ਜਾ ਸਕਦੀ ਹੈ ਕਿ ਰਾਹੁਲ ਗਾਂਧੀ 27 ਜਨਵਰੀ ਨੂੰ ਇੱਕ ਦਿਨ ਦੇ ਪ੍ਰੋਗਰਾਮ ਦੇ ਵਾਸਤੇ ਪੰਜਾਬ ਆ ਰਹੇ ਨੇ। ਸਭ ਤੋਂ ਪਹਿਲਾਂ ਉਹਨਾਂ ਨੇ ਅੰਮ੍ਰਿਤਸਰ ਹਰਿਮੰਦਰ ਸਾਹਿਬ 'ਚ ਮੱਥਾ ਟੇਕਣਾ ਹੈ, ਫਿਰ ਦੁਰਗਿਆਣਾ ਮੰਦਿਰ ਜਾਣਗੇ, ਫਿਰ ਭਗਵਾਨ ਵਾਲਮੀਕ ਮੰਦਿਰ ਜਾਣਗੇ। ਉਹਨਾਂ ਦੇ ਨਾਲ ਖਬਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਜਿਹੜੇ ਉਮੀਦਵਾਰ ਹੁਣ ਤੱਕ ਐਲਾਨੇ ਜਾ ਚੁੱਕੇ ਨੇ ਉਹ ਤੇ ਕੁਝ ਇੱਕ ਨੂੰ ਜਿਨ੍ਹਾਂ ਨੂੰ ਉਮੀਦ ਹੈ 8 ਰਹਿੰਦੇ ਆ ਹਾਲੇ, ਉਹ ਸਾਰੇ ਉਮੀਦਵਾਰ ਉਹਨਾਂ ਦੇ ਨਾਲ ਹੋਣਗੇ। ਇਸ ਜਿਹੜੀ ਉਹਨਾਂ ਦੀ ਇਹ ਯਾਤਰਾ ਉਹਦੇ ਆਖਰੀ ਪੜਾਅ ਦੇ ਵਿੱਚ ਜਲੰਧਰ ਮਿੱਠਾਪੁਰ ਪਹੁੰਚਣਾ ਹੈ। ਵੀਡੀਓ ਕਾਨਫਰੰਸ ਦੇ ਰਾਹੀਂ ਉਹਨਾਂ ਨੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਨਾ ਹੈ, ਕਿਉਂਕਿ ਚੋਣ ਕਮਿਸ਼ਨ ਨੇ COVID-19 ਦੇ ਕਾਰਨ ਜਨਤਕ ਮੀਟਿੰਗਾਂ ਤੇ ਪਾਬੰਦੀ ਲਾਈ ਹੋਈ ਹੈ, ਚੋਣ ਰੈਲੀਆਂ ਤੇ ਪਾਬੰਦੀ ਲਾਈ ਹੈ ਤੇ ਵਰਚੁਅਲ ਉਹਨਾਂ ਨੇ ਰੈਲੀ ਕਰਨੀ ਹੈ। ਹੁਣ ਜਿਹੜੀ ਸਭ ਤੋਂ ਪਹਿਲੂ ਦਿਲਚਸਪ ਹੈ ਇਸ ਖਬਰ ਦਾ ਉਹ ਇਹ ਹੈ ਕਿ ਪੰਜਾਬ ਦੇ ਕਾਂਗਰਸੀ ਵਰਕਰਾਂ ਨੂੰ ਲੱਗਦਾ ਹੈ ਕਿ ਰਾਹੁਲ ਗਾਂਧੀ ਆਪਣੀਆਂ ਪਹਿਲੀ ਫੇਰੀ ਹੈ ਚੋਣਾਂ ਜਦੋਂ ਦੀਆਂ ਐਲਾਨ ਹੋਈਆਂ ਨੇ ਕਿ ਕੋਈ ਹੈਰਾਨ ਕਰਨ ਵਾਲਾ ਫੈਸਲਾ ਪੰਜਾਬ 'ਚ ਸੁਣਾਉਣਗੇ ਜਾਂ ਨਹੀਂ। ਉਹ ਹੈਰਾਨ ਕਰਨ ਵਾਲਾ ਫੈਸਲਾ ਕਿਹੜਾ ਕਿ ਮੁੱਖ ਮੰਤਰੀ ਦੇ ਅਹੁਦੇ ਦਾ ਕੋਈ ਐਲਾਨ ਕਰਨਗੇ ਕਿ ਕੌਣ ਹੋਊ ਚਿਹਰਾ ਜਾਂ ਨਹੀਂ।
ਇਹਦੇ ਬਾਰੇ ਹਾਲੇ ਤੱਕ ਬਹੁਤਾ ਅੰਦਾਜ਼ਾ ਤਾਂ ਨਹੀਂ ਲਾਇਆ ਗਿਆ। ਹਾਲਾਂਕਿ ਮਾਹਰ ਨਹੀਂ ਸੋਚਦੇ। ਉਹਨਾਂ ਦੇ ਮੁਤਾਬਕ ਫਿਲਹਾਲ ਸਟੈਂਡ ਇਹੀ ਹੈ ਕਿ ਜੱਟ ਸਿੱਖ ਭਾਈਚਾਰੇ ਚੋਂ ਸਿੱਧੂ, ਦਲਿਤ ਸਿੱਖ ਭਾਈਚਾਰੇ ਚੋਂ ਚੰਨੀ ਤੇ ਹਿੰਦੂ ਭਾਈਚਾਰੇ ਦੇ ਵਿੱਚੋਂ ਸੁਨੀਲ ਜਾਖੜ ਨੂੰ ਬਰਾਬਰੀ ਦੇ ਨਾਲ ਰੱਖਿਆ ਜਾਵੇ। ਇਸ ਲਈ ਪਾਰਟੀ ਵਾਰ-ਵਾਰ ਸਮੂਹਕ ਅਗਵਾਈ ਦੀ ਗੱਲ ਕਰਦੀ ਹੈ ਤਾਂ ਕਿ ਕੋਈ ਧੜਾ ਨਾਰਾਜ਼ ਨਾ ਹੋਵੇ, ਕਿਸੇ 'ਚ ਕੋਈ ਫੁੱਟ ਨਾ ਪਵੇ। ਰਾਹੁਲ ਗਾਂਧੀ ਇਸ ਸਟੈਂਡ ਨੂੰ ਮਜ਼ਬੂਤ ਕਰ ਸਕਦੇ ਆ। ਤੇ ਦੂਸਰੇ ਪਾਸੇ ਇਹ ਵੀ ਪਤਾ ਲੱਗਿਆ ਕਿ ਪੰਜਾਬ ਦੀ ਹੌਟ ਸੀਟ ਜਿਹੜੀ ਇਸ ਵਕਤ ਬਣੀ ਹੋਈ ਆ ਕਪੂਰਥਲਾ ਤੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਇਸ ਵਕਤ ਚੋਣ ਮੈਦਾਨ 'ਚ ਨੇ। ਉਹਨਾਂ ਦੇ ਖਿਲਾਫ ਕੁਝ ਕਾਂਗਰਸੀ ਆਗੂਆਂ ਨੇ ਮੋਰਚਾ ਖੋਲ੍ਹ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਉਮੀਦਵਾਰ ਨੇ ਉਹਨਾਂ ਦੇ ਖਿਲਾਫ, ਉਹ ਸਾਬਕਾ ਜੱਜ ਨੇ, ਉਹਨਾਂ ਨੇ ਪਰਚਾ ਚੋਣ ਕਮਿਸ਼ਨ ਦੇ ਕਹਿਣ ਤੇ ਕ੍ਰਿਮੀਨਲ ਪਰਚਾ ਦਰਜ ਕਰਵਾ ਦਿੱਤਾ ਹੈ। ਕਹਿਣ ਦਾ ਭਾਵ ਕਿ ਰਾਣਾ ਗੁਰਜੀਤ ਹੋਰਾਂ ਦੇ ਖਿਲਾਫ ਮੋਰਚਾ ਲਗਾਤਾਰ ਖੁੱਲ੍ਹ ਰਿਹਾ ਹੈ। ਜਿਹੜੀ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਕਪੂਰਥਲਾ ਜ਼ਿਲ੍ਹੇ ਦੇ ਅਧੀਨ ਹੀ ਆਉਂਦਾ ਹੈ ਹਲਕਾ ਵਿਧਾਨ ਸਭਾ ਸੁਲਤਾਨਪੁਰ ਲੋਧੀ। ਲਗਭਗ ਉਸ ਇਲਾਕੇ ਦੇ 200 ਦੇ ਨੇੜੇ ਤੇੜ ਪੰਚ ਸਰਪੰਚ ਨੇ ਜਿਨ੍ਹਾਂ ਨੇ ਆਲਾ ਕਮਾਨ ਸੋਨੀਆ ਗਾਂਧੀ ਨੂੰ ਪਹਿਲਾਂ ਤਾਂ ਚਿੱਠੀ ਲਿਖੀ ਸੀ, ਰਾਣਾ ਗੁਰਜੀਤ ਦੀ ਸ਼ਿਕਾਇਤ ਕੀਤੀ ਸੀ। ਸ਼ਾਇਦ ਤੁਹਾਨੂੰ ਯਾਦ ਹੋਣਾ ਹੈ, ਉਹਨਾਂ ਤੋਂ ਪਹਿਲਾਂ ਦੁਆਬਾ ਇਲਾਕੇ ਨਾਲ ਹੀ ਸੰਬੰਧਿਤ 4 ਵਿਧਾਇਕਾਂ ਨੇ ਵੀ ਰਾਣਾ ਗੁਰਜੀਤ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਤੇ ਮੰਗ ਕੀਤੀ ਸੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਰਾਣਾ ਗੁਰਜੀਤ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇ। ਤੇ ਅੱਜ ਖਬਰਾਂ ਨੇ ਕੋ ਜਲੰਧਰ ਦੇ ਵਿੱਚ ਜਾਣਗੇ, ਰਾਹੁਲ ਗਾਂਧੀ ਨੂੰ ਮਿਲਣਗੇ, ਇੱਕ ਵਾਰ ਫਿਰ ਤੋਂ ਇਸ ਗੱਲ ਦੇ ਉੱਤੇ ਪ੍ਰੈਸ਼ਰ ਪਾਉਣਗੇ ਕਿ ਇੱਕ ਪਾਸੇ ਕਾਂਗਰਸ ਪਾਰਟੀ ਦੇ ਉਹ ਉਮੀਦਵਾਰ ਨੇ ਤੇ ਦੂਸਰੇ ਪਾਸੇ ਸੁਲਤਾਨਪੁਰ ਲੋਧੀ ਦੇ ਵਿੱਚੋਂ ਕਾਂਗਰਸੀ ਉਮੀਦਵਾਰ ਦੇ ਖਿਲਾਫ ਇਹਨਾਂ ਨੇ ਆਪਣੇ ਪੁੱਤਰ ਇੰਦਰ ਪ੍ਰਤਾਪ ਨੂੰ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਧੱਕ ਦਿੱਤਾ ਹੈ। ਹੁਣ ਦੇਖੋ, ਰਾਣਾ ਗੁਰਜੀਤ ਇੱਥੋਂ ਤੱਕ ਆਖਦੇ ਆ ਉਹਨਾਂ ਦਾ ਆਪਣਾ ਪੱਖ ਹੈ। ਉਹ ਕਹਿੰਦੇ ਆ ਵੀ ਸੀਟ ਜਿੱਤੂ ਭਾਵੇਂ ਚਾਰੇ ਮੇਰੇ ਬਰਾਬਰ ਆ ਕੇ ਖੜ ਜਾਣ। ਦੂਸਰੇ ਪਾਸੇ ਸੁਲਤਾਨਪੁਰ ਲੋਧੀ ਵਾਲੀ ਸੀਟ ਵੀ ਮੇਰਾ ਪੁੱਤਰ ਜਿੱਤੂ। ਜੇ ਮੇਰਾ ਪੁੱਤਰ ਕਾਂਗਰਸੀ ਉਮੀਦਵਾਰ ਨਾਲ ਵੋਟਾਂ ਘੱਟ ਲਊ ਤੇ ਮੈਂ ਸਿਆਸਤ ਛੱਡ ਦੂੰ। ਹੁਣ ਖੁੱਲ੍ਹ-ਮਖੁੱਲਾ ਚੈਲੰਜ ਹੈ, ਖੁੱਲ੍ਹ-ਮਖੁੱਲਾ ਉਹ ਪ੍ਰਚਾਰ ਕਰ ਰਹੇ ਨੇ। ਉਹ ਕਹਿੰਦੇ ਮੇਰਾ ਇਹ ਨੈਤਿਕ ਫਰਜ਼ ਹੈ ਕਿ ਆਪਣੇ ਪੁੱਤਰ ਦੇ ਹੱਕ 'ਚ ਪ੍ਰਚਾਰ ਕਰਾਂ। ਹੁਣ ਦੇਖਣਾ ਹੋਊ ਕਿ ਹਾਈ ਕਮਾਂਡ ਨਵਤੇਜ ਚੀਮਾ, ਉਹ 4 ਵਿਧਾਇਕਾਂ ਦੀ ਚਿੱਠੀ 200 ਦੇ ਨੇੜੇ ਤੇੜ ਪੰਚ ਸਰਪੰਚ ਉਹਨਾਂ ਨੂੰ ਅੱਖੋਂ ਪਰੋਖੇ ਕਰਦੀ ਹੈ, ਰਾਣਾ ਗੁਰਜੀਤ ਦੇ ਹੱਕ ਵਿੱਚ ਡਟਦੀ ਹੈ, ਜਾਂ ਰਾਣਾ ਗੁਰਜੀਤ ਨੂੰ ਆਪਣੇ ਪੁੱਤਰ ਨੂੰ ਆਜ਼ਾਦ ਉਮੀਦਵਾਰ ਵਜੋਂ ਜਿਹੜੇ ਚੋਣ ਮੈਦਾਨ 'ਚ ਉਤਾਰੇ ਹੋਏ ਨੇ ਬਿਠਾਉਣ ਵਾਸਤੇ ਆਖਦੀ ਹੈ। ਕਿਉਂਕਿ ਫੈਸਲਾ ਰਾਹੁਲ ਗਾਂਧੀ ਦਾ ਹੈ, ਫੈਸਲਾ ਹਾਈ ਕਮਾਂਡ ਦਾ ਹੈ। ਪਰ ਰਾਣਾ ਗੁਰਜੀਤ ਕਹਿੰਦੇ ਨੇ ਮੈਂ ਲੋਕਾਂ ਦੇ ਕੰਮ ਬੜੇ ਕੀਤੇ ਆ, ਮੈਂ ਦੋਵੇਂ ਸੀਟਾਂ ਜਿੱਤ ਕੇ ਕਾਂਗਰਸ ਨੂੰ ਦੇਣੀਆਂ ਨੇ। ਜਿੱਥੋਂ ਮੇਰਾ ਪੁੱਤਰ ਵੀ ਆਜ਼ਾਦ ਭਾਵੇਂ ਜਿੱਤ ਜੇ, ਉਹ ਵੀ ਦਰਅਸਲ ਕਾਂਗਰਸ ਨੂੰ ਇਹ ਸੀਟ ਦਿੱਤੀ ਜਾਏਗੀ। ਪਰ ਇਸ ਚੀਜ਼ ਨੂੰ ਦੇਖ ਕੇ ਕਈ ਹੋਰਨਾਂ ਨੇ ਅੰਦਰ ਖਾਤੇ ਵਿਰੋਧੀ ਬਾਗੀ ਸੁਰਾਂ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਕਿਉਂਕਿ ਤ੍ਰਿਪਤ ਰਾਜਿੰਦਰ ਬਾਜਵਾ ਵੀ ਚਾਹੁੰਦੇ ਸੀ ਟਿਕਟ ਅਸ਼ਵਨੀ ਸ਼ੇਖੜੀ ਨੂੰ ਦੇ ਦਿੱਤੀ। ਉਹ ਕਹਿੰਦੇ ਸੀ ਮੇਰੇ ਪੁੱਤਰ ਨੂੰ ਮਿਲੇ। ਅੰਦਰੋਂ ਅੰਦਰੀ ਤਾਂ ਖਬਰਾਂ ਇਹ ਨੇ ਕਿ ਸ਼ਾਇਦ ਉਹ ਵੀ ਕਿਤੇ ਇਸ ਤਰ੍ਹਾਂ ਦਾ ਹੱਥ ਕੰਡਾ ਨਾ ਅਪਣਾ ਲੈਣ। ਹੁਣ ਵੇਖਣਾ ਹੋਏਗਾ ਕਿ ਅਨੁਸ਼ਾਸਨ ਦੇ ਵਿੱਚ ਰਹਿੰਦਿਆਂ ਹੋਇਆਂ ਕਿ ਹਾਈ ਕਮਾਂਡ ਇਹਦੇ ਤੇ ਕੋਈ ਫੈਸਲਾ ਕਰਦੀ ਹੈ, ਜਾਂ ਬੀਤੇ ਸਮੇਂ ਦਾ ਇਤਿਹਾਸ ਦੱਸਦਾ ਕਾਂਗਰਸ ਦਾ ਕਿ ਜਿੰਨੀ ਦੇਰ ਨੱਕ ਚੋਂ ਚੋ ਕੇ ਮੂੰਹ 'ਚ ਨਹੀਂ ਪੈਂਦੀ ਉਨੀ ਦੇਰ ਹਾਈ ਕਮਾਂਡ ਚੁੱਪ ਕਰੀ ਰਹਿੰਦੀ ਹੈ। ਕਿਉਂਕਿ ਉਹ ਰਾਣਾ ਗੁਰਜੀਤ ਜੀ ਨੂੰ ਵੀ ਨਾਰਾਜ਼ ਨਹੀਂ ਕਰਨਾ ਚਾਹੁੰਦੇ ਤੇ ਦੂਸਰੇ ਪਾਸੇ ਉਹ ਦੂਜੇ ਜਿਹੜੇ 200 ਦੇ ਨੇੜੇ ਤੇੜ ਪੰਚ ਸਰਪੰਚ ਇਕੱਠੇ ਹੋਏ ਨੇ ਉਹ ਵੀ ਦਰਅਸਲ ਕਾਂਗਰਸ ਦੀ ਬੈਕਬੋਨ ਨੇ, ਨਾਰਾਜ਼ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੁੰਦੇ। ਦੇਖੋ ਕਿ ਕੀ ਦੋਵਾਂ ਨੂੰ ਵੱਖਰੇ ਵੱਖਰੇ ਠੰਡੇ ਕਰ ਲਿਆ ਜਾਂਦਾ ਹੈ, ਜਾਂ ਫਿਰ ਇੱਕ ਦੇ ਹੱਕ 'ਚ ਤੇ ਇੱਕ ਦੇ ਵਿਰੋਧ ਦੇ ਵਿੱਚ ਫੈਸਲਾ ਸੁਣਾ ਦਿੱਤਾ ਜਾਂਦਾ ਹੈ। ਸੋ ਦੋਸਤੋ, ਕੁੱਲ ਮਿਲਾ ਕੇ ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ। ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਣਾ ਹੈ। ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਨਾਲ ਹੀ ਇੱਕ ਪ੍ਰੋਗਰਾਮ ਆਪਣਾ ਚੋਣ ਦੰਗਲ, ਉਹ ਰੋਜ਼ਾਨਾ ਇਸ ਪ੍ਰੋਗਰਾਮ ਤੋਂ 2 ਘੰਟੇ ਬਾਅਦ ਪੇਸ਼ ਕੀਤਾ ਜਾਂਦਾ ਹੈ। ਕਿਰਪਾ ਕਰਕੇ ਵੇਖਿਆ ਕਰੋ। ਚੋਣ ਪ੍ਰਕਿਰਿਆ ਦੇ ਵਿੱਚ ਬਹੁਤ ਸਾਰੀਆਂ ਨਵੀਆਂ ਸੰਭਾਵਨਾਵਾਂ, ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਤੇ ਨਾਲ ਹੀ ਜੇਕਰ ਤੁਸੀਂ ਆਪਣੇ ਹਲਕੇ ਦੇ ਕਿਸੇ ਉਮੀਦਵਾਰ ਦੀ ਇਸ ਪ੍ਰੋਗਰਾਮ ਦੇ ਵਿੱਚ ਮੁਲਾਕਾਤ ਕਰਵਾਉਣੀ ਚਾਹੁੰਦੇ ਹੋ ਤਾਂ ਹੇਠਾਂ ਸਕਰੋਲ ਚੱਲ ਰਹੀ ਹੈ, ਜਿੱਥੇ ਤੁਸੀਂ ਸਾਡੇ ਤੱਕ ਇੱਕ ਮੈਸੇਜ ਪੁੱਜਦਾ ਕਰ ਸਕਦੇ ਹੋ, ਈਮੇਲ ਕਰ ਸਕਦੇ ਹੋ। YouTube ਦੇ ਉੱਤੇ ਜਿਹੜੀ ਕਮੈਂਟ ਨੇ, ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖ ਸਕਦੇ ਹੋ, ਆਪਣਾ ਫੋਨ ਨੰਬਰ ਛੱਡ ਸਕਦੇ ਹੋ ਤਾਂ ਕਿ ਅਸੀਂ ਉਹਨਾਂ ਨੂੰ ਸੰਪਰਕ ਕਰਕੇ ਸਮਾਂ ਉਹਨਾਂ ਤੋਂ ਲੈ ਕੇ ਪ੍ਰੋਗਰਾਮ ਦੌਰਾਨ ਉਹਨਾਂ ਨੂੰ ਸ਼ਾਮਲ ਕਰ ਸਕੀਏ। ਬੇਨਤੀਆਂ ਪ੍ਰਵਾਨ ਕਰਿਓ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ।
ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।